क्यों कनेडा तो सानू इंसाफ लेना पैंदा क्योंकि इत्थे चोर ते कुत्ती मिली हुई है जिहड़ी पुलिस दी इन्वेस्टिगेशन कर रही है ओहदे ते सानू भरोसा नहीं। जिहड़े सरपंच ने अपने इलाके दी सेहत सेवावां वास्ते सरकारां नू चैलेंज कीता और सरकार के नुमाइंदियां ने कुट-कुट के सिद्धा करने का बयान किया वो साडे लई शक्की है। जिस तरह मूसे वाले नूं निहत्था किया गया सी उहदी सिक्योरिटी लेके उस तरह इहदा असला लेके सिक्योरिटी दित्ती नहीं ते अज इहदा गोलियां मार के कतल हो गया है। परिवार कहता है कि जी ये लोकल MLA जिहड़ा उग्गो के है वो इस कतल वास्ते जिम्मेवार है। ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਹੱਤਿਆ ਦਾ ਮਾਮਲਾ ਭਖ ਗਿਆ ਹੈ। ਅੱਜ ਦੂਜੇ ਦਿਨ ਵੀ ਸਿਆਸੀ ਪਾਰਟੀਆਂ, ਬਲਾਕ ਸ਼ਹਿਣਾ ਦੇ ਪੰਚਾਂ, ਸਰਪੰਚਾਂ, ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਬੱਸ ਅੱਡੇ ਨੇੜੇ ਚੱਕਾ ਜਾਮ ਕਰਕੇ ਧਰਨਾ ਜਾਰੀ ਰੱਖਿਆ। ਧਰਨੇ ਵਿੱਚ ਪਹੁੰਚੇ ਕਾਂਗਰਸ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਦੀ ਹੱਤਿਆ ਮਾਮਲੇ ਦੀ ਜਾਂਚ CBI ਤੋਂ ਕਰਵਾਈ ਜਾਵੇ। ਪੰਜਾਬ ਪੁਲਿਸ ਦੀ ਜਾਂਚ ਤੇ ਭਰੋਸਾ ਨਹੀਂ ਹੈ। ਉਹਨਾਂ ਕਿਹਾ ਕਿ ਕਲਕੱਤਾ ਦੇ ਭਰਾ ਨੇ ਹੁਕਮਰਾਨ ਪਾਰਟੀ ਦੇ ਇੱਕ ਵਿਧਾਇਕ ਦਾ ਨਾਮ ਲਿਖਵਾਇਆ ਸੀ ਪਰ ਪੁਲਿਸ ਨੇ ਉਸ ਦਾ ਨਾਂ ਨਹੀਂ ਲਿਖਿਆ। ਹੁਣ CBI ਹੀ ਅਸਲ ਸੱਚਾਈ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਸੱਚ ਦੇ ਰਾਹ ਤੇ ਤੁਰਨਗੇ ਉਹਨਾਂ ਨੂੰ ਗੋਲੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸ ਦਾ ਅਸਲਾ ਮੋੜਿਆ ਜਾਵੇ ਜਾਂ ਉਸ ਨੂੰ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਉਸ ਨੂੰ ਹੁਕਮਰਾਨ ਪਾਰਟੀ ਦੇ ਇੱਕ ਆਗੂ ਤੋਂ ਖਤਰਾ ਹੈ। ਇਹ ਜਿਹੜਾ ਸੁਖਵਿੰਦਰ ਸਿੰਘ ਹੈ ਇਹ ਇੱਥੋਂ ਦੇ ਸਰਪੰਚ ਦਾ ਪੁੱਤਰ ਸੀ ਤੇ ਸਰਪੰਚੀ ਦਾ ਕੰਮ ਜ਼ਿਆਦਾਤਰ ਆਪ ਹੀ ਦੇਖਦਾ ਸੀ। ਇੱਕ ਅਗਾਂਹ ਵਧੂ ਲੀਡਰ ਸੀਗਾ, ਬੇਬਾਕ ਲੋਕਾਂ ਦੀ ਗੱਲ ਕਰਦਾ ਸੀ, ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ। ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਸੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ। ਇਸ ਕਰਕੇ ਇਹਦਾ ਇੱਥੋਂ ਦੇ MLA ਦੇ ਨਾਲ ਝਗੜਾ ਸੀ। 2-2.5 ਸਾਲ ਪਹਿਲਾਂ MLA ਦੀ ਬੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਉਹ ਗੱਲ ਕਿ MLA ਨੇ ਕਿਹਾ ਕਿ ਲੱਫੜ ਮਾਰੋ ਕਿ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ MLA ਕਾਫੀ ਬੋਲਿਆ ਤੇ ਬਾਅਦ ਚ MLA ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ, ਉਹਨੂੰ ਨਿਹੱਥਾ ਕਰ ਦਿੱਤਾ ਗਿਆ। ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਿਹੱਥਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਅਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ। ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਹੈ, ਜੇ ਲਾਲਚ 'ਚ ਨਹੀਂ ਆਉਂਦਾ ਤਾਂ ਧਮਕੀ ਦਿੰਦੇ ਹੈ, ਜੇ ਧਮਕੀ 'ਚ ਨਹੀਂ ਆਉਂਦਾ ਤਾਂ ਪਰਚਾ ਕਰਦੇ ਹੈ, ਫਿਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਹੈ, ਜੇ ਫਿਰ ਨਹੀਂ ਚੱਲਦਾ ਫਿਰ ਜੇਲ੍ਹ 'ਚ ਭੇਜਦੇ ਹੈ। ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ, ਲੋਕਾਂ ਦੀਆਂ ਗੱਲਾਂ ਹੱਕ ਦੀਆਂ ਕਰਨ ਤੋਂ ਨਹੀਂ ਹਟਦਾ, ਚਾਹੇ ਉਹ ਪੱਤਰਕਾਰ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਕੋਈ ਆਮ ਬੰਦਾ ਹੈ, ਤਾਂ ਫਿਰ ਉਹਦੇ ਗੋਲੀਆਂ ਵੱਜਦੀਆਂ। ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸਾਮ ਦਾਮ ਦੰਡ ਭੇਦ ਸਾਰਾ ਕੁਝ ਅਸੀਂ ਵਰਤਾਂਗੇ। ਸਿਸੋਦੀਆ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ। ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜਿਹਨੇ ਸਿਕਿਉਰਿਟੀ ਖੋਈ। ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ, ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ MLA ਜਿਹੜਾ ਉਗੋ ਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ। ਤੇ ਜਦੋਂ FIR ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ, ਉਹਨੂੰ ਕਿਹਾ ਕਿ ਜੇ ਤੂੰ ਉਗੋ ਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ, ਤੂੰ ਉਗੋ ਕੇ ਦਾ ਨਾਮ ਨਾ ਲਿਖਾ, ਇਹ ਵਿੱਚ FIR ਦੇ ਨਹੀਂ ਲਿਖਣਾ ਤੇ FIR 'ਚ ਉਹਦਾ ਨਾਮ ਨਹੀਂ ਲਿਖਿਆ ਗਿਆ। ਅਸੀਂ ਮੰਗ ਕਰਦੇ ਹਾਂ ਕਿ ਇਹ ਕੇਸ ਦੀ CBI ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਦੀ ਅਨੁਸਾਰ FIR ਲਿਖੀ ਜਾਵੇ ਤੇ ਲਾਭ ਸਿੰਘ ਉਗੋ ਦਾ ਨਾਮ 120 'ਚ ਪਾਇਆ ਜਾਵੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੁੱਤ ਦੇ ਕਤਲ ਪਿੱਛੋਂ ਜੋ ਸੰਤਾਪ ਉਹਨਾਂ ਨੇ ਪਿਛਲੇ 3 ਸਾਲਾਂ ਵਿੱਚ ਹੰਢਾਇਆ ਹੈ ਉਹ ਉਹੀ ਜਾਣਦੇ ਹਾਂ। ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਸਰਕਾਰੀ ਤੰਤਰ ਦੀਆਂ ਅੱਖਾਂ ਵਿੱਚ ਰੜਕਦਾ ਸੀ। ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਧਰਨੇ ਵਿੱਚ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਬੀਬੀ ਹਰਚੰਦ
ਗੁਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਨਿਰਮਲ ਸਿੰਘ ਨੀਮਾ, ਬੀਬੀ ਸੁਰਿੰਦਰ ਕੌਰ ਬਾਲੀਆ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਇਮਾਨ ਸਿੰਘ ਮਾਨ ਸਣੇ ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਉਂਝ ਪੁਲਿਸ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੈ ਗਈ ਹੈ। ਦੂਜੇ ਪਾਸੇ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਪੁਲਿਸ ਨੇ 3 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਹਰਜਿੰਦਰ, ਗੁਰਦੀਪ ਅਤੇ ਜਗਵਿੰਦਰ ਵਾਸੀ ਸ਼ਹਿਣਾ ਵਜੋਂ ਹੋਈ ਹੈ। ਐਸਐਸਪੀ ਦਫ਼ਤਰ ਵਿੱਚ ਡੀਆਈਜੀ ਕੁਲਦੀਪ ਚਾਹਲ ਨੇ ਦੱਸਿਆ ਕਿ 2 ਮੁਲਜ਼ਮਾਂ ਨੂੰ ਰਾਤ ਹੀ ਫੜ ਲਿਆ ਗਿਆ ਸੀ ਅਤੇ ਇੱਕ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਪਿਸਤੌਲ, 3 ਕਾਰਤੂਸ ਅਤੇ ਕਾਰ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਗੁਰਦੀਪ ਦਾਸ ਦੀ ਮਾਂ 2018 ਵਿੱਚ ਸੁਖਵਿੰਦਰ ਕਲਕੱਤਾ ਦੀ ਮਾਂ ਤੋਂ ਸਰਪੰਚੀ ਚੋਣ ਹਾਰ ਗਈ ਸੀ ਅਤੇ ਚੋਣ ਜਿੱਤਣ ਤੋਂ ਬਾਅਦ ਗੁਰਦੀਪ ਤੋਂ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਸੀ, ਜਿਸ ਕਾਰਨ ਗੁਰਦੀਪ ਮ੍ਰਿਤਕ ਨਾਲ ਰੰਜਿਸ਼ ਰੱਖਦਾ ਸੀ। ਉਹਨਾਂ ਦੱਸਿਆ ਕਿ ਕਤਲ ਕਰਨ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਕਲਕੱਤਾ ਤੋਂ ਪੈਸੇ ਲੈਣੇ ਸਨ। ਇਸ ਦੀ ਪੁਸ਼ਟੀ ਮੁਲਜ਼ਮ ਨੇ ਲਾਈਵ ਹੋ ਕੇ ਵੀ ਕੀਤੀ ਹੈ। ਤੀਜੇ ਜਗਵਿੰਦਰ ਸਿੰਘ ਉਰਫ ਪਪਲੂ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਨਾਲ ਅਸਲਾ ਲੈਣ ਲੁਧਿਆਣਾ ਗਿਆ ਸੀ। ਉਹਨਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਤੇ ਰਿਮਾਂਡ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕੇਸ ਵਿੱਚ ਹਲਕਾ ਵਿਧਾਇਕ ਨੂੰ ਨਾਮਜ਼ਦ ਕਰਨ ਦੀ ਮੰਗ ਬਾਰੇ ਉਹਨਾਂ ਕਿਹਾ ਕਿ ਪੜਤਾਲ ਦੌਰਾਨ ਜੋ ਵੀ ਸ਼ਾਮਿਲ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡੀਆਈਜੀ ਚਹਿਲ ਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਅਸਲਾ ਜਮ੍ਹਾਂ ਕਰਵਾਉਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਅਤੇ ਹੋਰ ਅਧਿਕਾਰੀ ਮੌਜੂਦ ਸਨ। ਸੋ ਅੱਜ ਸਰਪੰਚ ਸਾਹਿਬ ਨਾਲ ਖੜਨ ਵਾਸਤੇ ਉਰੇ ਸਾਡੀ ਪਾਰਟੀ ਬੈਠੀ ਹੈ ਤੇ ਅਸੀਂ ਇਨਸਾਫ ਲਿੱਤੇ ਬਿਨਾ ਉਰੇ ਹਿੱਲਣਾ ਨਹੀਂ। ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਕੱਲੇ ਮਨੁੱਖ ਅਧਿਕਾਰਾਂ ਦੇ ਪੱਖ ਦਾ ਬੰਦਾ ਬੀਬੀ ਅੱਜ ਉਰੇ ਸਹਿਣੇ 'ਚ ਆ ਕੇ ਪਹਿਰਾ ਦੇਵੇ। ਇਹ ਇਕੱਠ ਵੱਧਦਾ ਜਾਣਾ, ਇਹ ਕਾਫਲਾ ਵੱਡਾ ਹੋ ਜਾਣਾ। ਸਰਕਾਰਾਂ ਨੂੰ ਹਿੱਲਣਾ ਪੈਣਾ ਹੈ। ਐ ਨਹੀਂ ਕਿ ਕ੍ਰਿਸ਼ਨ ਭਗਵਾਨ ਜੀ ਮਾਰਤੇ, ਹੋਰ ਮਾਰਤੇ ਤੇ ਉਹਦੇ ਬਾਅਦ ਕੋਈ ਪੁੱਛਿਆ ਹੀ ਨਹੀਂ। ਬਰਗਾੜੀ ਕਾਹਤੇ ਬੈਠੇ ਸੀ ਤੁਸੀਂ? ਸਾਰੀ ਸੰਗਤ ਇੱਥੋਂ ਹੀ ਗਈ ਸੀ ਬਰਗਾੜੀ, ਹੋਰ ਕਿੱਥੋਂ ਗਈ ਸੀ? ਇੱਥੋਂ ਹੀ ਗਈ ਸੀ ਨਾ। ਗੁਰੂ ਸਾਹਿਬ ਦਾ ਕਤਲ, ਬੰਦਿਆਂ ਦਾ ਕਤਲ, ਬੇਇਨਸਾਫੀ ਤੇ ਆ ਜਿਹੜੀ ਆਪ ਹੈ ਕਿਹੜੇ ਵਾਅਦੇ ਦੇ ਉੱਤੇ ਆ ਕੇ ਬਣੀ ਸੀ? ਇਹੀ ਕਿ ਗੁਰੂ ਸਾਹਿਬ ਦਾ ਇਨਸਾਫ ਦਿਵਾਵਾਂਗੇ। ਇਹ ਤੁਹਾਨੂੰ ਬੁੱਧੂ ਬਣਾ ਕੇ ਉਹਨੂੰ ਉਠਾ ਦੇਣਗੇ, ਤੋੜ ਦੇਣਗੇ, ਮੁੱਦਾ ਰਫਾ ਦਫਾ ਕਰ ਦੇਣਗੇ, ਪਰ ਐਤਕੀ ਨਹੀਂ। ਕਿਉਂ? ਕਿਉਂਕਿ ਸੁਖਵਿੰਦਰ ਸਿੰਘ ਤੁਹਾਡਾ ਆੜੀ ਸੀ, ਇੱਕ ਅੱਛਾ ਇਨਸਾਨ ਸੀ, ਹੱਕਾਂ ਤੇ ਪਹਿਰਾ ਦਿੰਦਾ ਸੀ, ਤੁਹਾਡਾ ਹਰਮਨ ਪਿਆਰਾ ਵੀਰ ਸੀ। ਜੇ ਉਹ ਨਹੀਂ ਤਾਂ ਘੱਟੋ ਘੱਟ ਉਹਦੀ ਸੋਚ ਤਾਂ ਜੁੰਦੀ ਹੈ। ਫਿਰ ਖੜੇ ਰਹੋ।